ਬੱਚਿਓ, ਜਦੋਂ ਕਿਸੇ ਪਦਾਰਥ ਦੇ ਆਕਾਰ, ਰੰਗ, ਅਵਸਥਾ ਜਾਂ ਆਇਤਨ ਵਰਗੇ ਗੁਣਾਂ ਵਿੱਚ ਪਰਿਵਰਤਨ ਹੁੰਦਾ ਹੈ ਤਾਂ ਉਸ ਨੂੰ ਭੌਤਿਕ ਪਰਿਵਰਤਨ ਆਖਦੇ ਹਾਂ। ਇਹ ਪਰਿਵਰਤਨ ਆਮ ਤੌਰ ਤੇ ਪਰਤਵਾਂ ਹੁੰਦਾ ਹੈ ਕਿਉਂਕਿ ਇਸ ਵਿੱਚ ਕੋਈ ਵੀ ਨਵਾਂ ਪਦਾਰਥ ਨਹੀਂ ਬਣਦਾ। ਬੱਚਿਓ, ਇਸ ਨੂੰ ਦਿਖਾਉਣ ਲਈ ਸਭ ਤੋਂ ਪਹਿਲਾਂ ਆਪਾਂ ਕਾਗਜ਼ ਦੇ ਕੁਝ ਟੁਕੜੇ ਲਈਏ ਤੇ ਇੱਕ ਟੁਕੜੇ ਨੂੰ 4 ਬਰਾਬਰ ਭਾਗਾਂ ਵਿੱਚ ਵੰਡੀਏ। ਇਹਨਾਂ ਵਿੱਚੋਂ ਇੱਕ ਟੁਕੜੇ ਨੂੰ ਫੇਰ 4 ਭਾਗਾਂ ਵਿੱਚ ਵੰਡੀਏ। ਅਗਰ ਅਸੀਂ ਇਹਨਾਂ ਟੁਕੜਿਆਂ ਨੂੰ ਇੱਕ ਮੇਜ਼ ਤੇ ਰੱਖ ਕੇ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਦੇਖਦੇ ਹਾਂ ਕਿ ਇਹ ਦੁਬਾਰਾ ਜੁੜ ਕੇ ਇੱਕ ਕਾਗਜ਼ ਬਣ ਜਾਏਗਾ, ਪਰ ਇਸ ਦੇ ਆਕਾਰ ਵਿੱਚ ਪਰਿਵਰਤਨ ਆਇਆ ਹੈ। ਇਸ ਦਾ ਭਾਵ ਹੈ ਕਿ ਕਾਗਜ਼ ਦੇ ਗੁਣਾਂ ਵਿੱਚ ਕੋਈ ਪਰਿਵਰਤਨ ਨਹੀਂ ਆਇਆ, ਪਰ ਆਕਾਰ ਵਿੱਚ ਪਰਿਵਰਤਨ ਆਇਆ ਹੈ ਅਤੇ ਇਹ ਇੱਕ ਭੌਤਿਕ ਪਰਿਵਰਤਨ ਹੈ। ਹੁਣ ਆਪਾਂ ਅਗਰ ਇਸ ਦੀ ਹੋਰ ਉਦਾਹਰਣ ਲਈਏ ਤਾਂ ਬਲੈਕ ਬੋਰਡ ਤੇ ਲਿਖਣ ਵਾਲੇ ਚਾਕ ਦੇ ਪਾਊਡਰ ਨੂੰ ਇਕੱਠਾ ਕਰੋ, ਉਸ ਵਿੱਚ ਪਾਣੀ ਮਿਲਾ ਕੇ ਇੱਕ ਪੇਸਟ ਬਣਾ ਲਈਏ ਅਤੇ ਫਿਰ ਇਸ ਪੇਸਟ ਨੂੰ ਵੇਲ ਕੇ ਦੁਬਾਰਾ ਚੌਕ ਦੇ ਆਕਾਰ ਦਾ ਬਣਾਈਏ। ਇਹ ਬਣ ਤਾਂ ਜਾਏਗਾ ਪਰ ਇਸ ਦੇ ਆਕਾਰ ਵਿੱਚ ਪਰਿਵਰਤਨ ਹੋ ਜਾਵੇਗਾ। ਇਸ ਤਰ੍ਹਾਂ ਇਹ ਵੀ ਇੱਕ ਭੌਤਿਕ ਪਰਿਵਰਤਨ ਹੀ ਹੈ। ਆਓ ਹੁਣ ਪਰਿਵਰਤਨ ਦੀ ਇੱਕ ਹੋਰ ਉਦਾਹਰਣ ਦੇਖੀਏ। ਜਦੋਂ ਆਪਾਂ ਬਰਫ਼ ਨੂੰ ਗਰਮ ਕਰਦੇ ਹਾਂ ਤਾਂ ਇਹ ਪਿਘਲ ਕੇ ਪਾਣੀ ਵਿੱਚ ਬਦਲ ਜਾਂਦੀ ਹੈ। ਪਿਘਲੀ ਹੋਈ ਬਰਫ਼ ਨੂੰ ਦੁਬਾਰਾ ਠੋਸ ਬਰਫ਼ ਵਿੱਚ ਬਦਲਿਆ ਜਾ ਸਕਦਾ ਹੈ। ਇਸ ਤਰ੍ਹਾਂ ਪਾਣੀ ਦੀ ਅਵਸਥਾ ਵਿੱਚ ਪਰਿਵਰਤਨ ਆਇਆ ਹੈ ਅਤੇ ਇਹ ਇੱਕ ਭੌਤਿਕ ਪਰਿਵਰਤਨ ਹੈ। ਹੁਣ ਪਾਣੀ ਨੂੰ ਇੱਕ ਬਰਤਨ ਵਿੱਚ ਉਬਾਲੋ। ਅਸੀਂ ਵੇਖਦੇ ਹਾਂ ਕਿ ਪਾਣੀ ਦੀ ਭਾਫ਼ ਬਣ ਕੇ ਉੱਪਰ ਉੱਠ ਰਹੀ ਹੈ। ਇਸ ਭਾਫ਼ ਨੂੰ ਜੇਕਰ ਕਿਸੇ ਹੋਰ ਬਰਤਨ ਦੀ ਸਤ੍ਹਾ ਉੱਤੇ ਇਕੱਠਾ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹ ਭਾਫ਼ ਦੁਬਾਰਾ ਪਾਣੀ ਦੀਆਂ ਬੂੰਦਾਂ ਵਿੱਚ ਬਦਲ ਜਾਂਦੀ ਹੈ। ਅਸੀਂ ਵੇਖਦੇ ਹਾਂ ਕਿ ਇਹ ਵੀ ਇੱਕ ਪਰਤਵਾਂ ਪਰਿਵਰਤਨ ਹੈ, ਜਿਸ ਵਿੱਚ ਪਹਿਲਾਂ ਪਾਣੀ ਭਾਫ਼ ਵਿੱਚ ਬਦਲਿਆ ਅਤੇ ਫਿਰ ਭਾਫ਼ ਦੁਬਾਰਾ ਪਾਣੀ ਵਿੱਚ ਬਦਲ ਗਈ। ਸਿਰਫ ਅਵਸਥਾ ਵਿੱਚ ਪਰਿਵਰਤਨ ਆਇਆ ਹੈ, ਗੁਣਾਂ ਵਿੱਚ ਕੋਈ ਪਰਿਵਰਤਨ ਨਹੀਂ ਆਇਆ। ਇਸ ਤਰ੍ਹਾਂ ਬੱਚਿਓ, ਅਸੀਂ ਪਦਾਰਥ ਦੇ ਰੰਗ ਵਿੱਚ ਪਰਿਵਰਤਨ ਬਾਰੇ ਵੀ ਜਾਣਾਂਗੇ। ਅਗਰ ਅਸੀਂ ਕਿਸੇ ਲੋਹੇ ਦੇ ਕਿੱਲ ਨੂੰ ਚਿਮਟੇ ਨਾਲ ਫੜ ਕੇ ਗਰਮ ਕਰੀਏ ਤਾਂ ਇਸ ਦੇ ਰੰਗ ਵਿੱਚ ਪਰਿਵਰਤਨ ਆ ਜਾਏਗਾ। ਅਗਰ ਕੁਝ ਦੇਰ ਬਾਅਦ ਇਸ ਕਿੱਲ ਨੂੰ ਦੁਬਾਰਾ ਠੰਡਾ ਕਰੀਏ ਤਾਂ ਇਹ ਆਪਣੇ ਪਹਿਲਾਂ ਵਾਲੇ ਰੰਗ ਵਿੱਚ ਆ ਜਾਏਗਾ। ਇਹ ਇੱਕ ਰੰਗ ਬਦਲਣ ਵਾਲਾ ਭੌਤਿਕ ਪਰਿਵਰਤਨ ਹੋਵੇਗਾ। ਇਸ ਤਰ੍ਹਾਂ ਬੱਚਿਓ, ਆਕਾਰ, ਅਵਸਥਾ ਅਤੇ ਰੰਗ ਬਦਲਣ ਵਾਲੇ ਭੌਤਿਕ ਪਰਿਵਰਤਨ ਆਪਾਂ ਵੇਖੇ। ਬੱਚਿਓ, ਲੋਹੇ ਨੂੰ ਜੰਗ ਉਦੋਂ ਲੱਗਦੀ ਹੈ ਜਦੋਂ ਲੋਹੇ ਨੂੰ ਕਮਰੇ ਦੇ ਤਾਪਮਾਨ ਤੇ ਸਿੱਲੀ ਹਵਾ ਵਿੱਚ ਰੱਖਿਆ ਜਾਂਦਾ ਹੈ। ਜੰਗ ਲੱਗਣ ਨਾਲ ਲੋਹੇ ਉੱਪਰ ਭੂਰੇ ਰੰਗ ਦੀ ਪਰਤ ਚੜ ਜਾਂਦੀ ਹੈ। ਇਸ ਕਿਰਿਆ ਨੂੰ ਜੰਗ ਲੱਗਣਾ ਕਿਹਾ ਜਾਂਦਾ ਹੈ। ਜੰਗ ਲੱਗਣ ਲਈ ਲੋਹੇ ਨੂੰ ਹਵਾ ਅਤੇ ਪਾਣੀ ਦੀ ਜ਼ਰੂਰਤ ਹੁੰਦੀ ਹੈ। ਬੱਚਿਓ, ਜੰਗ ਲੱਗਣ ਦੀ ਪ੍ਰਕਿਰਿਆ ਨੂੰ ਅਸੀਂ ਇਸ ਸਮੀਕਰਨ ਨਾਲ ਵੀ ਸਮਝ ਸਕਦੇ ਹਾਂ। ਆਓ ਬੱਚਿਓ, ਹੁਣ ਦੇਖੀਏ ਕਿ ਲੋਹੇ ਤੋਂ ਬਣੀਆਂ ਚੀਜ਼ਾਂ ਨੂੰ ਜੰਗ ਲੱਗਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ। ਅਗਰ ਲੋਹੇ ਦੀਆਂ ਬਣੀਆਂ ਵਸਤਾਂ ਦਾ ਉਹ ਹਿੱਸਾ ਜੋ ਹਵਾ ਦੇ ਸੰਪਰਕ ਵਿੱਚ ਆਉਂਦਾ ਹੈ ਉਸ ਨੂੰ ਪੇਂਟ ਕਰ ਦਈਏ ਤਾਂ ਆਪਾਂ ਇਸ ਵਸਤੂ ਨੂੰ ਜੰਗ ਲੱਗਣ ਤੋਂ ਬਚਾ ਸਕਦੇ ਹਾਂ। ਇਸੇ ਕਰਕੇ ਬੱਚਿਓ, ਸਾਈਕਲਾਂ, ਕਾਰਾਂ ਆਦਿ ਨੂੰ ਪੇਂਟ ਕੀਤਾ ਹੋਇਆ ਹੁੰਦਾ ਹੈ। ਇਸ ਤੋਂ ਇਲਾਵਾ ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਤੇਲ ਜਾਂ ਗਰੀਸ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਜਿਵੇਂ ਕਿ ਬੱਚਿਓ, ਤੁਸੀਂ ਆਮ ਘਰਾਂ ਵਿੱਚ ਵੇਖਿਆ ਹੋਵੇਗਾ ਕਿ ਸਾਈਕਲ ਦੀ ਚੇਨ ਜਾਂ ਲੋਹੇ ਦੇ ਗੇਟ ਦੇ
ਕਬਜ਼ਿਆਂ ਨੂੰ ਵੀ ਗਰੀਸ ਦੇ ਕੇ ਜੰਗ ਲੱਗਣ ਤੋਂ ਬਚਾਇਆ ਜਾਂਦਾ ਹੈ। ਜੰਗ ਲੱਗਣ ਤੋਂ ਬਚਾਉਣ ਦਾ ਇੱਕ ਹੋਰ ਤਰੀਕਾ ਇਹ ਵੀ ਹੈ ਜਿਸ ਨੂੰ ਗਲਵੈਨੀਕਰਨ ਆਖਦੇ ਹਾਂ। ਇਸ ਵਿਧੀ ਵਿੱਚ ਲੋਹੇ ਦੇ ਉੱਤੇ ਜਿਸਤ ਵਰਗੀ ਕਿਸੇ ਧਾਤ ਦੀ ਪਰਤ ਚੜਾਈ ਜਾਂਦੀ ਹੈ, ਕਿਉਂਕਿ ਜਿਸਤ ਲੋਹੇ ਨਾਲੋਂ ਵੱਧ ਕਿਰਿਆਸ਼ੀਲ ਹੁੰਦੀ ਹੈ। ਇਸ ਲਈ ਬੱਚਿਓ, ਜਦੋਂ ਵਸਤਾਂ ਦੀ ਗਲਵੈਨੀਕਰਨ ਕੀਤੀ ਜਾਂਦੀ ਹੈ ਤਾਂ ਜਿਸਤ ਜ਼ਿਆਦਾ ਕਿਰਿਆਸ਼ੀਲ ਹੋਣ ਕਾਰਨ ਆਪ ਖਰਾਬ ਹੋ ਕੇ ਲੋਹੇ ਨੂੰ ਬਚਾ ਲੈਂਦੀ ਹੈ। ਇਸ ਵਿਧੀ ਨੂੰ ਪਾਣੀ ਦੇ ਜਹਾਜ਼ਾਂ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਵਰਤਿਆ ਜਾਂਦਾ ਹੈ। Audio Jungle। ਆਓ ਬੱਚਿਓ, ਅਸੀਂ ਕਾਪਰ ਸਲਫੇਟ ਦੇ ਘੋਲ ਵਿੱਚ ਲੋਹੇ ਦੀ ਕਿੱਲ ਕਾਰਨ ਹੋਏ ਪਰਿਵਰਤਨ ਨੂੰ ਜਾਣੀਏ। ਇਸ ਦੇ ਲਈ ਸਾਨੂੰ ਬੀਕਰ, ਕਾਪਰ ਸਲਫੇਟ ਦੇ ਰਵੇ ਅਤੇ ਪਤਲਾ ਸਲਫਿਊਰਿਕ ਤੇਜ਼ਾਬ ਚਾਹੀਦਾ ਹੈ। ਪਹਿਲਾਂ ਇੱਕ ਬੀਕਰ ਲਓ, ਉਸ ਵਿੱਚ 50 ml ਟੂਟੀ ਦਾ ਪਾਣੀ ਪਾਓ। ਹੁਣ ਇਸ ਵਿੱਚ 2 ਚਮਚ ਕਾਪਰ ਸਲਫੇਟ ਦੇ ਰਵੇ ਪਾ ਕੇ ਘੋਲ ਨੂੰ ਚੰਗੀ ਤਰ੍ਹਾਂ ਹਿਲਾਓ। ਇਸ ਘੋਲ ਨੂੰ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਇਸ ਵਿੱਚ ਪਤਲੇ ਸਲਫਿਊਰਿਕ ਤੇਜ਼ਾਬ ਦੀਆਂ ਕੁਝ ਬੂੰਦਾਂ ਪਾਓ। ਸਾਡੇ ਕੋਲ ਤੇਜ਼ਾਬੀ ਕਾਪਰ ਸਲਫੇਟ ਘੋਲ ਤਿਆਰ ਹੈ, ਜੋ ਕਿ ਨੀਲੇ ਰੰਗ ਦਾ ਹੋਵੇਗਾ। ਇੱਕ ਪਰਖ ਨਲੀ ਵਿੱਚ ਇਸ ਨੀਲੇ ਘੋਲ ਦਾ 5 ml ਰੰਗ ਦੀ ਤੁਲਨਾ ਲਈ ਅਲੱਗ ਰੱਖ ਲਓ। ਹੁਣ ਬਾਕੀ ਦੇ ਘੋਲ ਵਿੱਚ ਹਲਕੀਆਂ ਪਾਲਿਸ਼ ਕੀਤੀਆਂ ਹੋਈਆਂ ਲੋਹੇ ਦੀਆਂ ਕਿੱਲਾਂ ਪਾਓ ਅਤੇ ਬੀਕਰ ਨੂੰ ਅੱਧੇ ਘੰਟੇ ਲਈ ਕਾਗਜ਼ ਨਾਲ ਢੱਕ ਕੇ ਰੱਖ ਦਿਓ। ਹੁਣ ਇਹਨਾਂ ਦੋਨਾਂ ਘੋਲਾਂ ਦੇ ਰੰਗ ਦੀ ਤੁਲਨਾ ਕਰੋ। ਕਿੱਲ ਨੂੰ ਬਾਹਰ ਕੱਢ ਲਓ। ਆਪਾਂ ਵੇਖਦੇ ਹਾਂ ਕਿ ਘੋਲ ਦਾ ਰੰਗ ਨੀਲੇ ਤੋਂ ਹਰਾ ਹੋ ਗਿਆ ਹੈ ਅਤੇ ਲੋਹੇ ਦੀਆਂ ਕਿੱਲਾਂ ਉੱਪਰ ਲਾਲ ਪਰਤ ਚੜ ਗਈ ਹੈ। ਅਸਲ ਵਿੱਚ ਇਹ ਪਰਿਵਰਤਨ ਕਾਪਰ ਸਲਫੇਟ ਦਾ ਲੋਹੇ ਦੀਆਂ ਕਿੱਲਾਂ ਨਾਲ ਰਸਾਇਣਿਕ ਕਿਰਿਆ ਕਾਰਨ ਹੋਇਆ ਹੈ। ਘੋਲ ਦਾ ਹਰਾ ਰੰਗ ਆਇਰਨ ਸਲਫੇਟ ਕਾਰਨ ਹੋਇਆ ਹੈ ਅਤੇ ਕਿੱਲਾਂ ਉੱਪਰ ਲਾਲ ਪਰਤ ਕਾਪਰ ਦੀ ਹੈ। ਇਸ ਤਰ੍ਹਾਂ ਬੱਚਿਓ, ਅਸੀਂ ਦੇਖਿਆ ਹੈ ਕਿ ਰਸਾਇਣਿਕ ਪਰਿਵਰਤਨ ਵਿੱਚ ਨਵੇਂ ਪਦਾਰਥ ਬਣਦੇ ਹਨ ਅਤੇ ਰੰਗ ਬਦਲ ਜਾਂਦਾ ਹੈ ਅਤੇ ਇਸ ਬਦਲਾਅ ਨੂੰ ਉਲਟਾਇਆ ਵੀ ਨਹੀਂ ਜਾ ਸਕਦਾ। ਬੱਚਿਓ, ਇਸ ਕਿਰਿਆ ਨੂੰ ਕਰਨ ਲਈ ਕੋਨਿਕਲ ਫਲਾਸਕ ਵਿੱਚ ਚੂਨੇ ਦਾ ਪਾਣੀ ਲਓ। ਹੁਣ ਇੱਕ ਗੋਲ ਥੱਲੇ ਵਾਲੀ ਫਲਾਸਕ ਵਿੱਚ ਮਿੱਠਾ ਸੋਡਾ ਪਾਓ। ਤਸਵੀਰ ਵਿੱਚ ਦਰਸਾਏ ਅਨੁਸਾਰ ਆਪਣਾ ਉਪਕਰਨ ਸੈੱਟ ਕਰੋ। ਗੋਲ ਥੱਲੇ ਵਾਲੀ ਫਲਾਸਕ ਵਿੱਚ ਕੁਝ ਬੂੰਦਾਂ ਸਿਰਕੇ ਦੀਆਂ ਪਾ ਦਿਓ। ਸਿਰਕਾ ਪਾਉਣ ਤੋਂ ਬਾਅਦ ਤੁਹਾਨੂੰ ਬੁਦਬੁਦਾਹਟ ਦੀ ਆਵਾਜ਼ ਸੁਣਾਈ ਦੇਵੇਗੀ। ਇਸ ਦਾ ਭਾਵ ਹੈ ਕਾਰਬਨ ਡਾਈਆਕਸਾਈਡ ਗੈਸ ਬਣ ਜਾਏਗੀ, ਜੋ ਚੂਨੇ ਦੇ ਪਾਣੀ ਨੂੰ ਦੁਧੀਆ ਰੰਗ ਦਾ ਕਰ ਦੇਵੇਗੀ। ਜਦੋਂ ਕਾਰਬਨ ਡਾਈਆਕਸਾਈਡ ਨੂੰ ਚੂਨੇ ਦੇ ਪਾਣੀ ਵਿੱਚੋਂ ਲੰਘਾਇਆ ਜਾਂਦਾ ਹੈ ਤਾਂ ਕੈਲਸ਼ੀਅਮ ਕਾਰਬੋਨੇਟ ਬਣਦਾ ਹੈ, ਜਿਸ ਨਾਲ ਚੂਨੇ ਦੇ ਪਾਣੀ ਦਾ ਰੰਗ ਦੁਧੀਆ ਹੋ ਜਾਂਦਾ ਹੈ। ਚੂਨੇ ਦੇ ਪਾਣੀ ਦਾ ਦੁਧੀਆ ਹੋ ਜਾਣਾ ਕਾਰਬਨ ਡਾਈਆਕਸਾਈਡ ਦਾ ਮਿਆਰੀ ਪਰਖ ਹੈ। ਬੱਚਿਓ, ਤੁਸੀਂ ਤਿਉਹਾਰਾਂ ਉੱਤੇ ਪਟਾਕੇ ਤਾਂ ਚਲਾਉਂਦੇ ਹੀ ਹੋਵੋਗੇ। ਪਟਾਕੇ ਚਲਾਉਣ ਸਮੇਂ ਉਹਨਾਂ ਵਿੱਚ ਕੀ ਪਰਿਵਰਤਨ ਆਉਂਦਾ ਹੈ? ਆਪਾਂ ਵੇਖਦੇ ਹਾਂ ਕਿ ਪਟਾਕਿਆਂ ਦੇ ਜਲਣ ਨਾਲ ਤਾਪ, ਪ੍ਰਕਾਸ਼, ਆਵਾਜ਼ ਅਤੇ ਬਦਬੂਦਾਰ ਗੈਸਾਂ ਪੈਦਾ ਹੁੰਦੀਆਂ ਹਨ।
ਇਹ ਸਭ ਹੀ ਰਸਾਇਣਿਕ ਪਰਿਵਰਤਨ ਹੁੰਦੇ ਹਨ। ਆਓ ਬੱਚਿਓ, ਹੁਣ ਅਸੀਂ ਕਾਪਰ ਸਲਫੇਟ ਦੇ ਰਵੇ ਬਣਾਉਣ ਬਾਰੇ ਜਾਣੀਏ। ਇਸ ਦੇ ਲਈ ਸਾਨੂੰ ਧਾਗਾ, ਕਾਪਰ ਸਲਫੇਟ ਦਾ ਸੰਤ੍ਰਿਪਤ ਘੋਲ ਅਤੇ ਕਾਪਰ ਸਲਫੇਟ ਪਾਊਡਰ ਦੀ ਲੋੜ ਪਏਗੀ। ਬੱਚਿਓ, ਸਭ ਤੋਂ ਪਹਿਲਾਂ ਕਾਪਰ ਸਲਫੇਟ ਦਾ ਸੁਪਰ ਸੰਤ੍ਰਿਪਤ ਘੋਲ ਤਿਆਰ ਕਰਾਂਗੇ। ਇਸ ਲਈ ਸਾਨੂੰ ਸਭ ਤੋਂ ਪਹਿਲਾਂ ਬਰਨਰ ਨੂੰ ਬਾਲਣਾ ਪਵੇਗਾ ਅਤੇ ਉਸ ਉੱਪਰ ਬੀਕਰ ਵਿੱਚ ਕਾਪਰ ਸਲਫੇਟ ਦਾ ਸੰਤ੍ਰਿਪਤ ਘੋਲ ਰੱਖੋ। ਹੁਣ ਇਸ ਵਿੱਚ ਕਾਪਰ ਸਲਫੇਟ ਦਾ ਪਾਊਡਰ ਉਦੋਂ ਤੱਕ ਪਾਉਂਦੇ ਜਾਓ ਜਦੋਂ ਤੱਕ ਇਹ ਘੁਲਣਾ ਬੰਦ ਨਾ ਹੋ ਜਾਵੇ। ਬੱਚਿਓ, ਇਸ ਤੋਂ ਤੁਹਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਤਾਪ ਵਧਣ ਨਾਲ ਪਦਾਰਥਾਂ ਦੀ ਘੁਲਣਸ਼ੀਲਤਾ ਵੱਧ ਜਾਂਦੀ ਹੈ। ਹੁਣ ਇੱਕ ਪੈਨਸਿਲ ਉੱਤੇ ਧਾਗਾ ਬੰਨ੍ਹ ਕੇ ਖਾਲੀ ਬੀਕਰ ਵਿੱਚ ਲਟਕਾਓ। ਇਹ ਧਾਗਾ ਰਵਿਆਂ ਨੂੰ ਕੇਂਦਰਿਤ ਕਰਨ ਲਈ ਸਹਾਇਕ ਹੋਵੇਗਾ। ਹੁਣ ਕਾਪਰ ਸਲਫੇਟ ਦਾ ਸੁਪਰ ਸੰਤ੍ਰਿਪਤ ਘੋਲ ਇਸ ਖਾਲੀ ਬੀਕਰ ਵਿੱਚ ਪਾ ਦਿਓ। ਹੁਣ ਇਸ ਬੀਕਰ ਨੂੰ ਕੁਝ ਦਿਨਾਂ ਲਈ ਬਿਨਾਂ ਹਿਲਾਏ ਪਿਆ ਰਹਿਣ ਦਿਓ। ਬੱਚਿਓ, ਕੁਝ ਦਿਨਾਂ ਬਾਅਦ ਅਸੀਂ ਵੇਖਾਂਗੇ ਕਿ ਧਾਗੇ ਦੇ ਉੱਪਰ ਕਾਪਰ ਸਲਫੇਟ ਦੇ ਬਹੁਤ ਖੂਬਸੂਰਤ ਰਵੇ ਇਕੱਠੇ ਹੋ ਗਏ ਹਨ।